ਪੰਜਾਬ ਦੇ ਪਿੰਡ ਵੀ ਤੇ ਪੰਜਾਬ ਦੇ ਸ਼ਹਿਰ ਵੀ ਅੱਜ ਫਿਕਰਮੰਦੀ 'ਚ ਨੇ। ਖਾਸ ਕਰ ਪੰਜਾਬ ਦੀਆਂ ਪਿੰਡਾਂ ਦੀਆਂ ਪਹਿਲੀਆਂ ਪੰਚਾਇਤਾਂ ਤੇ ਸ਼ਹਿਰਾਂ ਦੇ ਵਿੱਚ ਪੁਰਾਣੇ ਉਦਯੋਗਪਤੀ ਕਹਿੰਦੇ ਫਿਕਰਮੰਦੀ 'ਚ ਨੇ। ਪਿੰਡਾਂ ਦੀਆਂ ਪੰਚਾਇਤਾਂ ਦੇ ਹਵਾਲੇ ਨਾਲ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੇ ਬਹੁਤ ਘਪਲੇ ਕੀਤੇ ਨੇ ਤੇ ਇੱਧਰ ਸਵਾਲ ਇਹ ਖੜਾ ਕਿ ਭਾਈ ਜੇਕਰ ਘਪਲੇ ਕੀਤੇ ਨੇ ਤਾਂ ਉਹਨਾਂ ਦੀ ਜਾਂਚ ਹੋ ਜਾਣੀ ਚਾਹੀਦੀ ਆ। ਸੋ ਕੀ ਇਹ ਰਾਜਨੀਤਿਕ ਵਰਤਾਰਾ ਹੈ ਜਾਂ ਸੱਚਮੁੱਚ ਪਿੰਡਾਂ ਦੇ ਵਿੱਚ ਗ੍ਰਾਂਟਾਂ ਖਾਣ ਦੀ ਕੋਈ ਖੇਡ ਹੋਈ ਹੈ? ਜੇ ਉਹਦੇ ਪਿੱਛੇ ਇਹ ਖੇਡ ਹੋਈ ਹੈ ਤਾਂ ਕੀ ਇਕੱਲੇ ਇਹ ਸਰਪੰਚ ਦੇ ਪੱਧਰ ਤੇ ਹੋਈ ਹੈ ਜਾਂ ਪਾਰਟੀਆਂ ਰਾਜਨੀਤਿਕ ਧਿਰਾਂ ਦੀ ਪੱਧਰ ਤੇ ਵੀ ਹੋਈ ਹੈ? ਦੂਸਰੇ ਪਾਸੇ ਉਦਯੋਗਪਤੀਆਂ ਦੇ ਹਵਾਲੇ ਨਾਲ ਕਹਿੰਦੇ ਕਿ ਪੰਜਾਬ ਸਰਕਾਰ ਦਮ ਪਰ ਇੱਕ ਅਸੀਂ ਨਵਾਂ ਉਦਯੋਗ ਲਿਆ ਰਹੇ ਹਾਂ, ਨਵੇਂ ਉਦਯੋਗ ਨੂੰ ਅਸੀਂ ਖੁੱਲੀਆਂ ਰਿਆਇਤਾਂ ਦੇ ਰਹੇ ਹਾਂ, ਪਰ ਪੁਰਾਣਾ ਉਦਯੋਗ ਕਹਿ ਰਿਹਾ, ਪੁਰਾਣੇ ਉਦਯੋਗਪਤੀ ਕਹਿ ਰਿਹਾ ਕਿ ਸਾਡਾ ਪੱਠਾ ਬੈਠ ਰਿਹਾ। ਛੋਟੇ ਛੋਟੇ ਫੈਕਟਰੀਆਂ ਵਾਲੇ, ਛੋਟੇ ਛੋਟੇ ਦੁਕਾਨਾਂ ਵਾਲੇ, ਖਾਸ ਕਰ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਇਹ ਸਾਰਿਆਂ ਦੇ ਵਿੱਚ ਜਿਹੜੇ ਪੁਰਾਣੇ ਉਦਯੋਗਪਤੀ ਨੇ ਉਹ ਰੋਸੇ ਵਜੋਂ ਸਾਹਮਣੇ ਆਉਣ ਲੱਗੇ ਨੇ ਤੇ ਉਹਨਾਂ ਦਾ ਕਹਿਣਾ ਕਿ ਜਿਹੜਾ ਪੰਜਾਬ ਸਰਕਾਰ ਨਵੇਂ ਉਦਯੋਗਪਤੀਆਂ ਨੂੰ ਸੱਦਾ ਦੇ ਰਹੀ ਹੈ, ਸੁਨੇਹਾ ਦੇ ਰਹੀ ਹੈ, ਉਹਦੇ ਲਈ ਜਿਹੜਾ ਸੰਮੇਲਨ ਕਰਾਉਣ ਜਾ ਰਹੀ ਹੈ, ਅਸੀਂ ਉਹਦਾ ਬਾਈਕਾਟ ਤੱਕ ਕਰਾਂਗੇ। ਕੀ ਇਹਦੇ ਵਿੱਚ ਖੱਪਾ ਖੜਾ ਹੈ? ਕਿਉਂ ਸਰਕਾਰ ਤੋਂ ਪੁਰਾਣਾ ਉਦਯੋਗਪਤੀ ਨਾਰਾਜ਼ ਤੇ ਨਿਰਾਸ਼ ਹੋ ਰਿਹਾ? ਸੋ ਇਹ ਸਾਰੇ ਪਹਿਲੂਆਂ ਤੇ ਚਰਚਾ ਕਰਾਂਗੇ। ਚਰਚਾ ਕਰਨ ਮੇਰੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਮੌਜੂਦ ਨੇ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਦੇਖ ਰਿਹਾ ਸੀਗਾ ਕਿ ਉਦਯੋਗਪਤੀਆਂ ਨੇ, ਚਾਹੇ ਉਹ ਲੁਧਿਆਣੇ ਦਾ ਹੈ, ਚਾਹੇ ਉਹ ਜਲੰਧਰ ਦਾ ਹੈ, ਜਾਂ ਪਤਾ ਲੱਗ ਰਿਹਾ ਅੰਮ੍ਰਿਤਸਰ 'ਚ ਵੀ ਬੈਠਕਾਂ ਦੌਰ ਜਾਰੀ ਹੈ, ਜਿਹੜੇ ਪਹਿਲਾਂ ਤੋਂ ਉਦਯੋਗ ਚੱਲ ਰਹੇ ਨੇ ਜਾਂ ਜਿਹੜੇ ਉਦਯੋਗ ਪਹਿਲਾਂ ਤੋਂ ਸਥਾਪਿਤ ਨੇ, ਸਿਰਫ ਮਨਜ਼ੂਰੀਆਂ ਦੇ ਕਿਨਾਰੇ ਖੜੇ ਨੇ, ਉਹ ਸਾਰੇ ਉਦਯੋਗਪਤੀ ਮੌਜੂਦਾ ਸਰਕਾਰ ਤੋਂ ਨਿਰਾਸ਼ ਤੇ ਨਿਰਾਸ਼ ਹੋ ਗਏ ਤੇ ਉਹਨਾਂ ਨੇ ਕਹਿਤਾ ਕਿ 23-24 ਨੂੰ ਜਿਹੜਾ ਸੰਮੇਲਨ ਹੋ ਰਿਹਾ ਉਦਯੋਗਪਤੀਆਂ ਲਈ, ਸਨਅਤਕਾਰਾਂ ਲਈ, ਅਸੀਂ ਉਹਦਾ ਬਾਈਕਾਟ ਕਰਾਂਗੇ। ਕੀ ਪੁਰਾਣੇ ਉਦਯੋਗਪਤੀਆਂ ਨੂੰ ਇਹ ਲੱਗ ਰਿਹਾ ਕਿ ਸਾਡੀਆਂ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਸਾਡਾ ਗਲ ਘੁੱਟ ਰਹੀਆਂ ਨੇ, ਜਾਂ ਇਹ ਕੋਈ ਰਾਜਨੀਤਿਕ ਵਰਤਾਰਾ ਹੈ ਕਿ ਉਹ ਜਾਣਬੁੱਝ ਕੇ ਪਿਛਲੀਆਂ ਸਰਕਾਰਾਂ ਦੇ ਸਮੇਂ ਸੀਗੇ ਇਸ ਲਈ ਇਹਦਾ ਵਿਰੋਧ ਕਰ ਰਹੇ ਨੇ? ਅਸਲ 'ਚ ਹਰ ਸਰਕਾਰ ਇਹ ਕੋਸ਼ਿਸ਼ ਕਰਦੀ ਹੈ ਔਰ ਕਹਿੰਦੀ ਹੈ, ਮਤਲਬ ਕਹਿਣ ਦੀ, ਲੋਕਾਂ ਨੂੰ ਦਿਖਾਉਣ ਦੀ ਇੱਕ ਉਹਨਾਂ ਕੋਲ ਪ੍ਰਪੋਜ਼ਲ ਹੁੰਦੀ ਹੈ ਕਿ ਮੈਂ ਬਹੁਤ ਵਧੀਆ ਕਰ ਰਿਹਾ। ਪਿਛਲੇ ਦਿਨਾਂ 'ਚ ਉਦਯੋਗ ਪਾਲਿਸੀ ਜਿਹੜੀ ਹੈ ਉਹਨਾਂ ਨੇ ਲਿਆਂਦੀ, ਹਾਲਾਂਕਿ ਡਿਲੇ 'ਚ ਕਾਫੀ ਹੋਈ ਹੈ, ਪਰ ਫਿਰ ਵੀ ਲਿਆਂਦੀ। ਉਹਨਾਂ ਨੇ ਕਿਹਾ ਵੀ ਹੁਣ ਦੇਖੋ ਜੀ, ਹੁਣ ਧੜਾ ਧੜ ਪੰਜਾਬ 'ਚ ਆਏਗਾ ਇਨਵੈਸਟਮੈਂਟ, ਔਰ ਇਹਦੇ ਨਾਲ ਕਈ ਕਾਰਨ ਨੇ। ਉਹ ਕਹਿੰਦੇ ਵੀ ਇੱਕ ਤਾਂ ਅਸੀਂ ਕੱਟੜ ਇਮਾਨਦਾਰ ਸਰਕਾਰ, ਅਸੀਂ ਹਿੱਸਾ ਨਹੀਂ ਮੰਗਦੇ, ਪੁਰਾਣੀਆਂ ਸਰਕਾਰਾਂ ਹਿੱਸਾ ਮੰਗਦੀਆਂ ਸੀ। ਠੀਕ ਹੈ। ਦੂਜਾ, ਅਸੀਂ ਸਹੂਲਤਾਂ ਇਸ ਲੈਵਲ ਦੀਆਂ ਦਿਆਂਗੇ ਜਿਹਦੇ ਕਰਕੇ ਉਹ ਭੱਜੇ ਆਉਣਗੇ, ਮਤਲਬ ਉਦਯੋਗਪਤੀ। ਇਸੇ ਕਰਕੇ ਸਾਡਾ ਚੀਫ ਮਿਨਿਸਟਰ ਬਾਹਰ ਵੀ, ਈਵਨ ਜਰਮਨ, ਇੱਧਰ ਉੱਧਰ ਵਿਦੇਸ਼ਾਂ 'ਚ ਵੀ ਗਏ ਸੀ, ਔਰ ਬੰਬੇ ਤੇ ਇੱਧਰ ਹੈਦਰਾਬਾਦ, ਹੋਰ ਵੱਖ-ਵੱਖ ਸ਼ਹਿਰਾਂ 'ਚ, ਵੱਖ-ਵੱਖ ਥਾਵਾਂ ਤੇ ਸਾਡੇ ਸੂਬਿਆਂ 'ਚ ਗਏ। ਔਰ ਉਹਦੇ ਨਾਲ ਜੁੜ ਕੇ ਲਗਾਤਾਰ ਇੱਕ ਜਿਹੜਾ ਹੁੰਦਾ ਕਿ ਤੁਸੀਂ ਕਈ ਵਾਰ ਇਹ ਕੋਸ਼ਿਸ਼ ਕਰਦੇ ਹੋ ਕਿ ਪੁਰਾਣਾ ਸਾਡਾ ਵੀ ਵਿਕਸਿਤ ਹੋਵੇ ਤੇ ਨਵਾਂ ਵੀ ਆਵੇ। ਠੀਕ ਹੈ। ਦੋ ਹੀ ਗੱਲਾਂ ਹੁੰਦੀਆਂ। ਹੁਣ ਇਹ ਪਤਾ ਨਹੀਂ, ਇਹ ਕਹਿੰਦੇ ਨੇ ਕਿ ਅਸੀਂ ਸਾਰੀਆਂ ਚੀਜ਼ਾਂ ਸੁਣੀਆਂ ਨੇ ਚੋਣਾਂ ਤੋਂ ਪਹਿਲਾਂ, ਔਰ ਕਈ ਸੰਮੇਲਨ ਕੀਤੇ ਇਹਨਾਂ ਨੇ ਬੈਠ ਕੇ ਵੱਖ-ਵੱਖ ਸ਼ਹਿਰਾਂ 'ਚ। ਕੇਜਰੀਵਾਲ ਵੀ ਨਾਲ ਹੁੰਦੇ ਸੀ ਕਿ ਤੁਸੀਂ ਸਾਨੂੰ ਦੱਸੋ ਤੁਹਾਡੀਆਂ ਸਮੱਸਿਆ ਕੀ ਨੇ, ਚੁਟਕੀ 'ਚ ਹੱਲ ਕਰਾਂਗੇ। ਪਰ ਅੱਜ ਜਿਹੜਾ ਪ੍ਰੈਕਟੀਕਲ ਦਿੱਕਤ ਆ ਰਹੀ ਹੈ, ਜਿਹੜੇ ਪੁਰਾਣੇ ਉਦਯੋਗਪਤੀ ਹੈਗੇ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਬਿਲਕੁਲ ਨਜ਼ਰਅੰਦਾਜ਼ ਆ। ਨਵੇਂ ਨੂੰ ਜੇ ਤੁਸੀਂ ਜਿਹੜੀਆਂ ਸ਼ਰਤਾਂ ਤੇ ਜਿਹੜੀਆਂ ਰਿਆਇਤਾਂ ਦੇ ਰਹੇ ਹੋ, ਜੇ ਉਹ ਨਵੇਂ ਨੂੰ ਦੇਣ ਲੱਗ ਗਏ ਤਾਂ ਇਹਨਾਂ ਦਾ ਖਦਸ਼ਾ ਹੈ ਕਿ ਸਾਡਾ ਜਿਹੜੇ ਉਦਯੋਗਿਕ ਯੂਨਿਟ ਨੇ ਉਹ ਖੜ ਜਾਣਗੇ, ਬਲਕਿ ਉਹ ਸ਼ਿਫਟ ਹੋ ਜਾਣਗੇ ਕਈ ਚੀਜ਼ਾਂ ਜਿਹੜੀਆਂ ਨਵੇਂ ਪਾਸੇ, ਅਸੀਂ ਮੁਕਾਬਲਾ ਕਰ ਨਹੀਂ ਪਾਵਾਂਗੇ। ਇਸੇ ਕਰਕੇ ਹੁਣ ਉਹਨਾਂ ਨੇ ਇੱਕ ਗਰੁੱਪ ਨੇ, ਖਾਸ ਤੌਰ ਤੇ ਲੁਧਿਆਣੇ ਦਾ ਜਿਹੜਾ ਗਰੁੱਪ ਹੈ, ਜਿਹੜੀ ਫਾਸਟਨਰ ਮੈਨੂਫੈਕਚਰਿੰਗ ਐਸੋਸੀਏਸ਼ਨ ਆਲ ਇੰਡੀਆ ਦੀ ਵੀ ਹੈ, ਪਰ ਲੁਧਿਆਣੇ ਦੇ ਯੂਨਿਟ ਨੇ ਇਹ ਫੈਸਲਾ ਕੀਤਾ ਕਿ ਅਸੀਂ 10 ਫਰਵਰੀ ਨੂੰ ਇੱਕ ਮਿਲ ਕੇ ਇੱਕ ਫੈਸਲਾ ਕਰਾਂਗੇ ਤੇ 23-24 ਵਾਲਾ ਜਿਹੜਾ ਸੰਮੇਲਨ ਹੈ ਉਹਦਾ ਬਾਈਕਾਟ ਕਰਾਂਗੇ। ਤੇ ਉਦੋਂ ਪਹਿਲਾਂ ਇੱਕ ਸਟੇਟ ਲੈਵਲ ਦੀ ਰੈਲੀ ਕਰਾਂਗੇ। ਅੱਛਾ, ਮਤਲਬ ਇਹ ਵੀ ਵੱਡਾ ਇਕੱਠ ਕਰਾਂਗੇ ਆਪਣਾ ਸੂਬੇ ਦਾ ਜਿਹੜਾ ਵੀ ਹੈ। ਉਹ ਕਹਿੰਦੇ ਨੇ ਸਾਡੀ ਜਲੰਧਰ ਵੀ ਗੱਲ ਚੱਲ ਰਹੀ ਹੈ, ਸਾਡੀ ਅੰਮ੍ਰਿਤਸਰ 'ਚ ਵੀ ਗੱਲ ਚੱਲ ਰਹੀ ਹੈ। ਉਹਨਾਂ ਨੂੰ ਕਿਉਂ ਲੱਗ ਰਿਹਾ ਭਾਜੀ ਔਰ ਕਿ ਸਾਡੇ ਉਲਟ ਜਾਊਗੀ? ਇਸੇ ਗੱਲ ਤੇ ਮੈਂ ਗੱਲ ਇਹ ਕਰ ਰਿਹਾ ਕਿ ਜਿਹੜਾ ਇਹ ਗੱਲ ਲੱਗ ਰਹੀ ਹੈ ਇਹਨਾਂ ਨੂੰ ਕਿ ਸਾਨੂੰ ਕਿਉਂ, ਮਤਲਬ ਉਹਦੇ ਤੇ ਇਤਰਾਜ਼ ਹੈ ਬੇਸਿਕਲੀ, ਅਸੀਂ ਕਿਉਂ ਨਹੀਂ ਸੈਟੀਸਫਾਈ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਕਹਿੰਦੇ ਨੇ ਜਿਹੜਾ ਨਵਾਂ ਯੂਨਿਟ ਹੈ, ਨਵੇਂ ਯੂਨਿਟ ਦੇ ਵਾਸਤੇ ਸਰਕਾਰ ਨੇ ਕੁਝ ਨਵੀਂ ਪਾਲਿਸੀ 'ਚ ਰਿਆਇਤਾਂ ਐਲਾਨੀਆਂ ਨੇ ਪੁਰਾਣਿਆਂ ਲਈ। ਸਪੋਜ਼ ਕਰੋ ਬਿਜਲੀ ਦਾ ਸਵਾਲ ਹੈ, ਉਹ ਕਹਿੰਦੇ ਨੇ ਨਵੇਂ ਨੂੰ 5 ਰੁਪਏ ਦੇਵਾਂਗੇ ਤੇ ਪੁਰਾਣੇ ਜਿਹੜੇ ਚੱਲ ਰਹੇ ਉਹਨਾਂ ਨੂੰ 5.5 ਰੁਪਏ। ਅੱਛਾ ਜੀ, 5.5 ਆਏਗਾ। 5.5 ਦੀ ਵੀ ਬਜਾਏ ਉਹ ਕਹਿੰਦੇ 9 ਤੋਂ 15 ਰੁਪਏ ਪੈਂਦੀ ਹੈ ਸਾਨੂੰ ਜਿਹੜਾ 5.5 ਵਾਲਾ। ਉਹਦਾ ਕਾਰਨ ਇਹ ਹੈ ਕਿ ਉਹਦੇ ਫਿਕਸਡ ਚਾਰਜ ਨੇ, ਹੋਰ ਚਾਰਜ ਨੇ, ਸਾਰੇ ਪੈਪ ਪੂਪੇ ਜਿਹੜੇ ਉਹ ਚੀਜ਼ਾਂ ਲੱਗਦੀਆਂ। ਤਾਂ ਇੱਕ ਲੈਵਲ ਦਾ ਉਹ ਲੈਵਲ ਪਲੇਇੰਗ ਫੀਲਡ ਨਹੀਂ ਨਾ ਰਿਹਾ, ਤਾਂ ਫਰਕ ਪੈ ਗਿਆ। ਦੂਜੀ ਗੱਲ, ਨਵੇਂ ਯੂਨਿਟ ਨੂੰ ਤੁਸੀਂ, ਉਹ ਕਹਿੰਦੇ ਨੇ ਕਿ 13% ਐਕਸਾਈਜ਼ ਡਿਊਟੀ ਮਾਫ ਹੈ, ਔਰ ਉਹਦੇ ਲਈ ਇਹ ਹੈ ਵੀ ਜੇ ਇੱਕ ਕੱਪੜੇ ਦੀ ਕੋਈ ਇੰਡਸਟਰੀ ਲੱਗਦੀ ਹੈ, ਉਹ ਕਹਿੰਦੇ 1 ਕਰੋੜ ਰੁਪਏ ਮਤਲਬ ਉਹਨੂੰ ਫਾਇਦਾ ਹੋਊਗਾ ਸਾਲਾਨਾ। ਅੱਛਾ, ਜਿਹੜਾ ਇਹਦੇ ਵਿੱਚ ਜਾਊਗਾ। ਤਾਂ ਸਾਨੂੰ ਉਹਦਾ ਨੁਕਸਾਨ, ਸਾਨੂੰ 1 ਕਰੋੜ ਦਾ ਨੁਕਸਾਨ ਹੈ, ਸਾਨੂੰ ਉਹ ਰਿਆਇਤ ਨਹੀਂ ਹੈ ਉਸ ਪੱਧਰ ਦੇ ਉੱਤੇ।
ਔਰ ਤੀਜੀ ਗੱਲ ਉਹਦੇ ਵਿੱਚ ਇਹ ਹੈ ਕਿ ਜਿਹੜੇ ਨਵੇਂ ਯੂਨਿਟ ਆਉਣਗੇ, ਐਂਕਰ ਯੂਨਿਟ ਦਾ ਕਹਿਣ ਦਾ ਮਤਲਬ ਹੈ ਜਿੱਥੇ ਕਾਫੀ ਮੁਲਾਜ਼ਮ ਜਾਂ ਮਜ਼ਦੂਰ ਕੰਮ ਕਰਨਗੇ, ਹੱਥੀ ਲੇਬਰ ਕੰਮ ਜਿੱਥੇ ਵੱਧ ਹੁੰਦਾ, ਜਿੱਥੇ ਉਹ ਰੁਜ਼ਗਾਰ ਜ਼ਿਆਦਾ ਦੇਣਗੇ, ਮਤਲਬ ਉਸ ਪੱਧਰ ਦੇ ਉੱਤੇ ਉਹਦੇ ਚਾਹੇ ਕੱਪੜਾ ਸਾਰੀਆਂ ਜਿਹੜੀਆਂ ਚੀਜ਼ਾਂ ਹੋਣਗੀਆਂ। ਔਰ ਉਹ ਐਂਕਰ ਯੂਨਿਟਾਂ ਚੋਂ ਕਹਿੰਦੇ ਵੀ ਪਹਿਲਾਂ ਕੁਝ ਉਦਯੋਗ ਹੁੰਦੇ ਸੀ ਸਿਲੈਕਟਡ, ਅੱਛਾ ਜੀ, ਹੁਣ ਪਾਲਿਸੀ ਸਾਰੇ ਹੀ ਪਾਤੇ ਨੇ, ਅੱਛਾ ਜੀ, ਜਿਨ੍ਹਾਂ 'ਚ ਵੀ ਹੋਏਗਾ। ਉਹਦੇ 'ਚ ਗਵਰਨਮੈਂਟ ਨੇ ਇੱਕ ਪ੍ਰਪੋਜ਼ਲ ਪੇਸ਼ ਕੀਤੀ ਹੈ ਆਪਣੀ ਪਾਲਿਸੀ 'ਚ, ਉਹ ਕਹਿੰਦੇ ਨੇ ਕਿ ਜਿਹੜੀਆਂ ਉੱਥੇ ਔਰਤਾਂ ਕੰਮ ਕਰਨਗੀਆਂ ਨਵੇਂ ਯੂਨਿਟਾਂ 'ਚ, ਠੀਕ ਹੈ ਜੀ, ਉਹਨਾਂ ਨੂੰ 4000 ਰੁਪਏ ਤੇ ਮਰਦਾਂ ਨੂੰ 3000 ਰੁਪਏ ਗਵਰਨਮੈਂਟ ਪੇ ਕਰੇਗੀ। ਅੱਛਾ, ਹਾਂ, ਜਿੰਨੀ ਲੇਬਰ ਕੰਮ ਕਰੇਗੀ ਉਹਨੇ 4000, ਉਹਨੇ 3000 ਤੇ ਉਹਨੂੰ ਇਟ ਮੀਨਸ ਤੁਸੀਂ ਉਹਦੀ ਸੈਲਰੀ 'ਚ ਹਿੱਸਾ ਵੰਡਾਓਗੇ, ਜਿਹੜੇ ਬੰਦੇ ਨੇ ਉਹਦੀ ਤਨਖਾਹ 'ਚ ਹਿੱਸਾ ਵੰਡਾਓਗੇ। ਤਾਂ ਹੁਣ ਜਿਹੜੇ ਪੁਰਾਣੇ ਬੰਦੇ ਨੇ, ਪੁਰਾਣੇ ਉਦਯੋਗਪਤੀ, ਉਹ ਕਹਿੰਦੇ ਨੇ ਵੀ ਇਹਦੇ ਨਾਲ ਤਾਂ ਆਟੋਮੈਟਿਕਲੀ ਇੰਨਾ ਗੈਪ ਪੈ ਜਾਊਗਾ ਕਿ ਸਾਡੇ ਸਾਰੇ ਟ੍ਰੇਡ ਆਦਮੀ ਹਟ ਕੇ ਉੱਥੇ ਵਗ ਜਾਣਗੇ, ਜਿਹੜੇ ਇੱਥੇ ਕੰਮ ਕਰਦੇ ਨੇ। 4000 3000 ਦਾ ਗੈਪ ਬਹੁਤ ਹੁੰਦਾ। ਜੇ ਕਿਸੇ ਦੇ 200 ਬੰਦਾ ਵੀ ਕੰਮ ਕਰਦਾ, 4000 ਰੁਪਏ ਨਾਲ ਤੁਸੀਂ ਅੰਦਾਜ਼ਾ ਲਾਓਗੇ, 3000 ਰੁਪਏ ਨਾਲ ਅੰਦਾਜ਼ਾ ਲਾਓਗੇ ਤਾਂ ਬੜਾ ਵੱਡਾ ਫਰਕ ਪੈ ਜਾਂਦਾ। ਤੇ ਉੱਥੇ ਲਿਜਾਣ ਲਈ ਉਹਦੀ ਉਨੀ ਕਾਸਟ ਵਧੇਗੀ, ਤੇ ਦੂਜਾ ਤਾਂ ਉਨੀ ਵਧਾ ਕੇ ਫਿਰ 4000 ਉਹਨੂੰ ਸਰਕਾਰ ਤੋਂ ਆ ਗਿਆ ਨਾ, ਜਿੱਥੋਂ ਵੀ ਆ ਗਿਆ, ਜੇ ਉਹ ਕਰਦੇ ਨੇ। ਇਹ ਇੱਕ ਬਹੁਤ ਬੜਾ ਇੱਕ ਕੁਐਸਚਨ। ਤੇ ਅਗਲੀ ਉਹ ਕਹਿ ਰਹੇ ਨੇ ਕਿ GST ਜਿਹੜਾ ਰਿਫੰਡ ਹੈ, ਉਹਨਾਂ ਦਾ 200% ਹੋਏਗਾ। ਸਾਡੇ ਪਹਿਲਾਂ ਹੀ 50,000 ਤੋਂ ਉੱਪਰ ਕੇਸ ਪੈਟਰਨ ਲਟਕਦੇ ਨੇ ਸਾਲਾਂ ਬੱਧੀ, ਬੈਟ ਵਾਲਾ ਮਾਮਲਾ, ਉਹ ਹੋ ਨਹੀਂ ਰਹੇ, ਰਿਫੰਡ ਨਹੀਂ ਹੋ ਰਹੇ, ਜਾਂ ਪੈਸੇ ਉਸ ਲੈਵਲ ਦੇ ਉੱਤੇ ਨਹੀਂ ਹੋ ਰਹੇ। ਬਲਕਿ ਇੱਕ ਹੋਰ ਵੀ ਉਹ ਗੱਲ ਕਹਿ ਰਹੇ ਨੇ ਕਿ ਇਦੋਂ ਪਹਿਲਾਂ ਹਾਲਾਂਕਿ ਇਹ ਹੁੰਦਾ ਸੀ ਕਿ ਅਸੀਂ ਜਿਹੜੇ ਜ਼ੋਨ 'ਚ ਜਾ ਕੇ ਫੈਕਟਰੀ ਲਾਉਣੀ ਹੁੰਦੀ ਸੀ, ਉੱਥੋਂ NOC ਚਾਹੀਦਾ ਸੀ, ਫੈਕਟਰੀ ਲਾ ਲਓ। ਹੁਣ ਉਹ ਕਹਿੰਦੇ ਨੇ ਇੰਡਸਟਰੀ ਡਿਪਾਰਟਮੈਂਟ ਕੋਲ ਜਾਓ, ਮੁੜ ਕੇ ਗਲਾਡਾ ਕੋਲ ਜਾਓ, ਉਸ ਯੂਨਿਟ 'ਚ ਜੋ ਡਬਲ ਹੋ ਗਿਆ ਕੰਮ। ਕਹਿੰਦੇ ਸੀ ਕਿ ਈਜ਼ ਆਫ ਬਿਜ਼ਨਸ ਕਰਨਾ, ਸੌਖਾ ਕਰਨਾ, ਅਸੀਂ ਇਹਦੇ 'ਚ ਮਤਲਬ ਉਸ ਲੈਵਲ ਦੇ। ਇਹ ਸਾਰੀਆਂ ਗੱਲਾਂ ਉਹ ਇੰਡਸਟਰੀ ਦੇ ਲੀਡਰ ਦੱਸਦੇ ਨੇ। ਜਗਦੀਸ਼ ਜਿੰਦਲ ਜਿਹੜੇ ਉਹਨਾਂ ਦੇ ਇੱਕ ਕਾਰਕੁਨ ਨੇ, ਐਕਟਿਵਿਸਟ ਜਿਹੜੇ ਸਾਰੇ, ਇਹ ਉਹਨਾਂ ਦਾ ਦਾਅਵਾ ਹੈ ਕਿ ਸਾਡੇ ਨਾਲ ਇਹ ਜਿਹੜਾ ਇੱਕ ਵਖਰੇਵਾਂ ਦਿਖਾਈ ਦਿੰਦਾ ਉਸ ਲੈਵਲ ਦੇ ਉੱਤੇ। ਔਰ ਇਹਦੇ ਨਾਲ ਦੀ ਨਾਲ ਇੱਕ ਗੱਲਾਂ ਇਹ ਸਮਝਦੇ ਨੇ ਵੀ ਸਾਡੀ ਤਾਂ ਗੱਲ ਹੀ ਨਹੀਂ ਸੁਣੀ ਜਾਂਦੀ। ਅੱਛਾ ਜੀ, ਜਿਵੇਂ ਅੰਮ੍ਰਿਤਸਰ ਦੇ ਵਿੱਚ ਅੱਜ ਕੱਲ੍ਹ ਨਾ ਉਹ ਸੰਮੇਲਨ ਦੇ ਕਰਕੇ ਮੁੱਖ ਮੰਤਰੀ ਜਿਹੜੇ ਮੇਨ ਇੰਡਸਟਰੀਅਲ ਟਾਊਨ ਨੇ ਜਾਂ ਡਿਸਟ੍ਰਿਕਟ ਨੇ, ਉੱਥੇ ਕੱਲੀ ਜਗ੍ਹਾ ਜਾਂਦੇ ਨੇ, ਗੱਲ ਕਰਦੇ ਨੇ। ਔਰ ਖਬਰਾਂ ਛਪੀਆਂ ਨੇ ਅੱਜ ਵੀ। ਔਰ ਜਿਹੜਾ ਜਲੰਧਰ ਤੇ ਅੰਮ੍ਰਿਤਸਰ ਦੇ ਇੰਡਸਟਰੀਅਲਿਸਟ ਨੇ, ਉਹ ਇਹ ਕਹਿ ਰਹੇ ਨੇ ਮੁੱਖ ਮੰਤਰੀ ਆਉਂਦੇ ਨੇ, ਸਾਡੀ ਤਾਂ ਸੁਣ ਕੇ ਜਾਂਦੇ ਨਹੀਂ, ਆਪਦਾ ਭਾਸ਼ਣ ਕਰਕੇ ਚੱਲ ਜਾਂਦੇ ਨੇ। ਤੇ ਜੇ ਸਾਡੀ ਸੁਣਨੀ ਨਹੀਂ ਹੈ ਤਾਂ ਅਸੀਂ ਕਿਵੇਂ ਉਹਨਾਂ ਨਾਲ ਕੋਆਪਰੇਟ ਕਰਾਂਗੇ, ਕਿਵੇਂ ਅਸੀਂ ਉਹਦੇ ਨਾਲ ਜਾਵਾਂਗੇ। ਔਰ ਕੀ ਫਿਰ ਜਿਹੜਾ ਇਹ ਮਾਈਂਡ ਸੈਟ ਹੈ ਸਾਡੇ ਉਦਯੋਗਪਤੀ ਦਾ, ਜਿਹੜਿਆਂ ਚੋਂ ਨਾਰਾਜ਼ ਹੋ ਕੇ ਇੱਕ ਵਾਰੀ ਇੱਕ ਗਰੁੱਪ ਯੂਪੀ ਜਾ ਕੇ ਆਇਆ, ਬਿਲਕੁਲ ਕਿ ਅਸੀਂ ਯੂਪੀ ਆ, ਕਿਤੇ ਸਾਰੀਆਂ ਸਰਕਾਰਾਂ ਤਾਂ ਨਹੀਂ ਐ ਕਰਦੀਆਂ ਕਿ ਉਹ ਯੂਪੀ ਵਾਲੇ ਆਪਣੇ ਵਾਲੇ ਨੂੰ ਇੱਥੋਂ ਪੱਟ ਕੇ ਕਹਿੰਦੇ ਹੁਣ ਆਪਾਂ ਐ ਕਰਦੇ ਆ ਨਵਾਂ ਜੁੱਟ ਦੇ ਤੌਰ ਤੇ। ਹਾਂ, ਪਤਾ ਨਹੀਂ ਹੁਣ ਉਹਦਾ ਪਾਲਿਸੀ ਦਾ, ਪਰ ਪੰਜਾਬ ਦੇ ਵਿੱਚ ਪਾਲਿਸੀ ਦਾ ਜਿਹੜਾ ਕੁਐਸਚਨ ਹੈ ਇਹ ਬੇਹੱਦ ਸੀਰੀਅਸ ਹੈ, ਗੰਭੀਰ ਹੈ। ਔਰ ਦੂਜੀ ਗੱਲ ਇਹ ਹੈ ਕਿ ਜੇ ਇਹੋ ਜਿਹੀ ਕੋਈ ਗੱਲ ਹੈ ਤਾਂ ਸਰਕਾਰ ਨੂੰ ਓਪਨ ਡਿਸਕਸ਼ਨ ਕਰਨੀ ਚਾਹੀਦੀ ਹੈ, ਉਹਨਾਂ ਬਾਰੇ ਨਾਲ ਬਿਠਾ ਕੇ ਗੱਲ ਕਰਨੀ ਚਾਹੀਦੀ। ਬਿਲਕੁਲ ਭਾਜੀ, ਮੈਂ ਇਸੇ ਚੋਂ ਹੀ ਜਾਣਿਆ ਜਿਹੜਾ ਤੁਸੀਂ ਗੱਲ ਕੀਤੀ ਕਿ ਇੱਥੇ ਵਾਲੇ ਉਦਯੋਗ, ਪੁਰਾਣੇ ਉਦਯੋਗ ਕਈ ਕਹਿ ਰਹੇ ਨੇ ਕਿ ਉਹ ਯੂਪੀ ਜਾ ਰਹੇ ਨੇ ਜੀ, ਉਹ ਖਬਰਾਂ ਸਾਹਮਣੇ ਆ ਚੁੱਕੀਆਂ। ਹੁਣ ਪੁਰਾਣਾ ਉਦਯੋਗਪਤੀ ਇੱਥੇ ਕਹਿ ਰਿਹਾ ਕਿ ਸਾਡੇ ਲਈ ਪਾਲਿਸੀ ਨਵੀਆਂ ਦਿੱਕਤਾਂ ਖੜੀਆਂ ਕਰ ਦੂਗੀ। ਪਰ ਸਵਾਲ ਇਹਦੇ ਵਿੱਚ ਹੈ ਕਿ ਜਿਹੜੀਆਂ ਰਿਆਇਤਾਂ ਦੀ ਗੱਲ ਹੈ, ਜੇ ਨਵੇਂ ਉਦਯੋਗ ਨੂੰ ਨਿਯਮਾਂ ਤਹਿਤ ਲੱਗਦਾ ਹੈ, ਪੋਲਿਊਸ਼ਨ ਨਹੀਂ ਫੈਲਾਉਂਦਾ, ਤੇ ਉਹਨੂੰ ਰਿਆਇਤਾਂ ਦਿੱਤੀਆਂ ਜਾਂਦੀਆਂ ਤਾਂ ਮਾੜੀ ਗੱਲ ਤਾਂ ਨਹੀਂ ਹੈ, ਉਹ ਚੰਗੀ ਗੱਲ ਹੈ। ਪਰ ਕਹਿੰਦੇ ਕਿ ਕੀ ਉਹ ਉਦਯੋਗ ਉਹ ਆਉਣਾ ਚਾਹੀਦਾ ਪੰਜਾਬ 'ਚ ਜਿਹੜਾ ਨਹੀਂ ਲੱਗਿਆ ਉਹਨੂੰ ਰਿਆਇਤਾਂ ਮਿਲ ਜਾਣ, ਫਿਰ ਮੁਕਾਬਲਾ ਨਹੀਂ, ਜਾਂ ਫਿਰ ਜਿਹੜੇ ਨੂੰ ਪਹਿਲਾਂ ਲੱਗੇ ਨੇ ਉਸੇ ਤਰ੍ਹਾਂ ਦਾ ਉਦਯੋਗ ਆਉਂਦਾ, ਫਿਰ ਸਾਰਿਆਂ ਨੂੰ ਰਿਆਇਤਾਂ ਇਕੱਠੀਆਂ ਮਿਲਣੀ ਚਾਹੀਦੀਆਂ। ਕੀ ਅਜਿਹੀ ਕੋਈ ਪਾਲਿਸੀ ਬਣ ਸਕਦੀ ਹੈ? ਨਹੀਂ, ਉਹ ਤਾਂ ਕਹਿੰਦੇ ਨੇ ਸਭ ਲਈ ਉਹ ਦੇ ਰਹੇ ਨੇ ਨਾ। ਔਰ ਕਈ ਵਾਰ ਤਾਂ ਰਿਆਇਤਾਂ ਠੀਕ ਹੈ ਕਿ ਪਾਲਿਸੀ ਇਹੋ ਜਿਹੀ ਬਣਾਉਂਦੇ ਨੇ ਕਿ ਜਿਹੜੇ ਖੇਤਰ ਦੀ ਇੰਡਸਟਰੀ ਸਾਡੇ ਹੈ ਹੀ ਨਹੀਂ, ਹਾਂਜੀ, ਉਸ ਖੇਤਰ ਦੇ ਵਿੱਚ ਇੰਡਸਟਰੀ ਆ ਜਾਏ, ਉਹਦੀ ਰਿਆਇਤ ਦੇ ਦਿਓ, ਤੇ ਤਾਂ ਤੁਸੀਂ ਰਿਆਇਤ ਦੇ ਦਿਓ, ਫਿਰ ਉਹਨਾਂ ਤੇ ਫਰਕ ਨਹੀਂ ਪੈਂਦਾ। ਮੇਰੇ ਇੱਕ ਅਲੱਗ ਟਾਈਪ ਦੀ ਗੱਲ ਹੈ। ਬਿਲਕੁਲ ਠੀਕ ਹੈ। ਉਹਦੀ ਦਿੱਕਤ ਉਹਨਾਂ ਨੂੰ ਇਹ ਹੈ ਪਾਲਿਸੀ ਨਾਲ ਕਿ ਤੁਸੀਂ ਸਾਰੇ ਖੇਤਰਾਂ ਦੇ ਉਦਯੋਗ ਨੂੰ ਨਵੇਂ ਨੂੰ ਉਹ ਰਿਆਇਤਾਂ ਦੇ ਰਹੇ ਹੋ, ਤੇ ਜਿਹੜੇ ਸਾਰੇ ਬਾਕੀ ਖੇਤਰਾਂ ਦੇ ਸਾਡੇ ਬਹੁਤ ਆਦਤ ਹੈ, ਬਹੁਤ ਚੀਜ਼ਾਂ ਸਾਡੇ ਉਦਯੋਗ ਆਲਰੇਡੀ ਹੈਗੇ ਚੱਲ ਰਿਹਾ, ਤਾਂ ਉਹਦੇ ਨਾਲ ਉਹਨਾਂ ਦਾ ਸੰਕਟ ਹੋਰ ਵੱਧ ਜਾਊਗਾ। ਔਰ ਉਹ ਵਧਣ ਵਾਲਾ ਸੰਕਟ ਆਟੋਮੈਟਿਕਲੀ ਜਾਂ ਬੰਦ ਹੋ ਜਾਊਗਾ, ਜਾਂ ਬਾਕੀ ਚੀਜ਼ਾਂ ਕਰ ਦੂਗਾ। ਔਰ ਇਹੀ ਉਹ ਬਿਜਲੀ ਤੇ ਵੀ ਕਹਿੰਦੇ ਨੇ ਕਿ ਜਿਹੜੇ ਸਿੱਖ ਯੂਨਿਟ ਨੇ, ਜਿਹੜੇ ਪਹਿਲਾਂ ਹੀ ਸੰਕਟ ਦੇ ਵਿੱਚ ਨੇ, ਉਹਨਾਂ ਨੂੰ ਸਗੋਂ ਬਿਜਲੀ ਹੋਰ ਮਹਿੰਗੀ ਪੈ ਰਹੀ ਹੈ, ਤੇ ਉਹਨਾਂ ਲਈ ਸਰਕਾਰ ਨੇ ਕੁਝ ਨਹੀਂ ਸੋਚਿਆ ਉਸ ਪੱਧਰ ਦੇ ਉੱਤੇ। ਔਰ ਜੇ ਸਰਕਾਰ ਇਨਵੈਸਟਮੈਂਟ ਕਰਨਾ ਚਾਹੁੰਦੀ ਹੈ, ਕੁਝ ਰਿਆਇਤਾਂ ਦੇਣਾ ਚਾਹੁੰਦੀ ਹੈ, ਤਾਂ ਉਹਦੇ ਲਈ ਇੱਕ ਲੈਵਲ ਪਲੇਇੰਗ ਫੀਲਡ ਚਾਹੀਦਾ। ਮਤਲਬ ਤੁਸੀਂ ਇੱਕੋ ਜਿਹੀ ਇੰਡਸਟਰੀ ਨੂੰ ਇੱਕੋ ਜਿਹੀਆਂ ਰਿਆਇਤਾਂ ਦਿਓਗੇ, ਨਾ ਕਿ ਐ ਵੀ ਇੱਕ ਨੂੰ ਜ਼ਿਆਦਾ ਦਿੱਤੀਆਂ ਦੂਜੇ ਨੂੰ ਨਾ ਦਿੱਤੀਆਂ, ਚਾਹੇ ਉਹ ਨਵਾਂ ਚਾਹੇ ਉਹ ਪੁਰਾਣਾ, ਜਿਹੜਾ ਮਰਜ਼ੀ ਹੈ। ਔਰ ਜੇ ਪੁਰਾਣੇ ਨੂੰ ਖਾਸ ਤੌਰ ਦੇ ਉੱਤੇ ਕੁਝ ਹੋਰ ਦਿੱਕਤਾਂ ਵੀ ਨੇ, ਉਹਨੇ ਮਾਡਰਨਾਈਜ਼ ਕਰਨਾ ਹੁੰਦਾ ਆਪਣੇ ਆਪ ਨੂੰ, ਉਹਨੂੰ ਵੀ ਤਾਂ ਉਹ ਪੁਰਾਣੇ ਨਵੇਂ ਦੇ ਨਾਲ ਸਿੱਝਣ ਦੇ ਵਾਸਤੇ, ਨਵਾਂ ਤਾਂ ਜਿਹੜਾ ਟੈਕਨੋਲੋਜੀ ਨਵੀਂ ਦੇ ਨਾਲ ਆਊਗਾ,
ਤਾਂ ਉਹਦੇ ਨਾਲ ਮਾਡਰਨਾਈਜ਼ ਕਰਨ ਦੇ ਲਈ ਜੇ ਉਹਨੂੰ ਰਿਆਇਤਾਂ ਵੀ ਉਹ ਨਹੀਂ ਦਿੱਤੀਆਂ ਜਾਂਦੀਆਂ ਜਿਹੜਾ ਨਵੇਂ ਨੂੰ ਦਿੱਤੀਆਂ ਜਾ ਰਹੀਆਂ ਤਾਂ ਉਹ ਨਹੀਂ ਮੁਕਾਬਲਾ ਨਹੀਂ ਕਰ ਪਾਏਗਾ। ਮੈਂ ਇਹ ਤੋਂ ਪਹਿਲਾਂ ਕਿ ਦੂਜੇ ਸਵਾਲ ਤੇ ਜਾਵਾਂ, ਮੈਨੂੰ ਇੱਕ ਗੱਲ ਇਹ ਨਹੀਂ ਸਮਝ ਆ ਰਹੀ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਜੇ ਬੀਬੀਆਂ ਕੰਮ ਕਰਨਗੀਆਂ ਨਵੇਂ ਉਦਯੋਗ 'ਚ ਤਾਂ ਉਹਨੂੰ 4000 ਦੀ ਸਹਾਇਤਾ, ਜੇ ਬੰਦੇ ਕੰਮ ਕਰਨਗੇ ਲੇਬਰ ਵਜੋਂ ਤਾਂ ਉਹਨੂੰ 3000 ਦੀ ਸਹਾਇਤਾ। ਜਿਹੜੀ ਸਰਕਾਰ ਕੋਲ MSP ਦੇਣ ਲਈ ਫੰਡ ਨਹੀਂ ਹੈਗੇ, ਜਿਹੜੀ ਸਰਕਾਰ ਕੋਲ ਨਰੇਗਾ ਵਾਲਿਆਂ ਨੂੰ ਪੂਰੇ 100 ਦਿਨ ਵੀ ਰੁਜ਼ਗਾਰ ਦੇਣ ਲਈ ਫੰਡ ਨਹੀਂ ਹੈਗੇ, ਉਹਨਾਂ ਕੋਲ ਇਹਨਾਂ ਲਈ ਫੰਡ ਕਿੱਥੋਂ ਆ ਗਏ? ਇਹ ਫੰਡਾਂ ਦਾ ਪ੍ਰਬੰਧ ਹੋ ਗਿਆ ਕਿ ਜਾਂ ਹਵਾਬਾਜੀ ਹੋਇਆ? ਨਹੀਂ, ਇਹ ਰੱਖਣਗੇ ਜਦੋਂ ਬਾਅਦ ਚ ਉਦੋਂ ਪਤਾ ਲੱਗੂਗਾ ਕਿੰਨੇ ਬੰਦੇ ਆ ਗਏ ਕਿੰਨੇ ਨਹੀਂ। ਜ਼ਿਆਦਾ ਸਰਕਾਰਾਂ ਨੂੰ ਕਹਿੰਦਾ ਵੀ ਕਿਹਨੇ ਆਉਣਾ ਕਿਹਨੇ ਦੇਣਾ, ਆਪਾਂ ਲੋਕਾਂ ਨੂੰ ਤਾਂ ਕਹੋ ਵੀ ਦੇਖੋ ਅਸੀਂ ਤਾਂ ਇੰਨਾ ਦੇਣਾ ਚਾਹੁੰਦੇ ਹਾਂ, ਕੋਈ ਇੱਕ ਗੱਲ ਨਹੀਂ ਹੁੰਦੀ। ਇਹਦੇ ਨਾਲ ਹੋਰ ਬਹੁਤ ਚੀਜ਼ਾਂ ਜੁੜੀਆਂ ਹੁੰਦੀਆਂ ਨੇ, ਇੰਡਸਟਰੀ ਦਾ ਇਨਵੈਸਟਮੈਂਟ ਆਉਣ ਲਈ, ਲਾ ਐਂਡ ਆਰਡਰ ਕਿਹੋ ਜਿਹਾ ਉਹਦਾ ਵੀ ਜੁੜੀ ਹੁੰਦੀ ਹੈ, ਇਨਫਰਾਸਟ੍ਰਕਚਰ ਕਿਹੋ ਜਿਹਾ ਉਹਦੀ ਜੁੜੀ ਹੁੰਦੀ ਹੈ, ਬੜੀਆਂ ਚੀਜ਼ਾਂ ਜੁੜਦੀਆਂ ਨੇ। ਪਰ ਨਾਲ ਦੀ ਨਾਲ ਇੱਕ ਗੱਲ ਇਹ ਹੁੰਦੀ ਹੈ ਕਿ ਤੁਹਾਡਾ ਜੇ ਰੁਜ਼ਗਾਰ ਦਾ ਹੀ ਜਿਹੜਾ ਮੇਜਰ ਫੰਡ ਹੈ ਤਾਂ ਰੁਜ਼ਗਾਰ ਦੇ ਪੱਖ ਤੋਂ ਜਿਵੇਂ ਇੰਡਸਟਰੀ ਦੀ ਤੁਸੀਂ ਗੱਲ ਕਰ ਰਹੇ ਹੋ ਉਵੇਂ ਹੀ ਪੇਂਡੂ ਖੇਤਰ ਦੇ ਵਿੱਚ ਰੁਜ਼ਗਾਰ ਮਨਰੇਗਾ ਦਾ ਕੁਐਸਚਨ। ਪੰਜਾਬ ਦੀ ਸਰਕਾਰ ਨੇ ਅੱਜ ਤੱਕ ਮਨਰੇਗਾ ਦੇ ਫੀਲਡ ਦੇ ਵਿੱਚ ਬਾਕੀ ਬਹੁਤ ਸਟੇਟਾਂ ਨੇ ਕਰਤਾ, ਜਿਹੜਾ ਬੇਰੁਜ਼ਗਾਰੀ ਭੱਤੇ ਦਾ ਰੁਜ਼ਗਾਰ ਐਮਪਲਾਇਮੈਂਟ ਫੰਡ ਕ੍ਰੀਏਟ ਕਰਨਾ ਉਹ ਨਹੀਂ ਕੀਤਾ ਤੇ ਉਹਦੇ ਨਿਯਮ ਨਹੀਂ ਬਣਾਏ। ਕਿੰਨੀਆਂ ਸਰਕਾਰਾਂ ਲੰਘੀਆਂ ਔਰ ਦੂਜੀਆਂ ਵੀ ਸਾਰੀਆਂ ਆਈਆਂ ਤੇ ਇਹ ਨਵੀਂ ਸਰਕਾਰ ਨੇ ਵੀ ਵਾਅਦਾ ਪਿੱਛੇ ਧਾਲੀਵਾਲ ਉਹਨਾਂ ਨੇ ਕਿਹਾ ਸੀ 2-4 ਮਹੀਨੇ ਪਹਿਲਾਂ ਕਿ 15 ਦਿਨਾਂ ਚ ਬਣਾ ਦਾਂਗੇ, ਪਰ ਉਹ 15 ਦਿਨ ਨਹੀਂ ਆਏ ਹਜੇ। ਔਰ ਉਹਦਾ ਮਤਲਬ ਇਹ ਹੁੰਦਾ ਕਿ ਜੇ ਫੰਡਾਮੈਂਟਲ ਰਾਈਟ ਹੈ ਤੁਹਾਡਾ ਤੁਹਾਨੂੰ ਰੁਜ਼ਗਾਰ ਦੇਣਾ ਹੈ, ਜੇ ਨਹੀਂ ਦੇ ਸਕਦੇ ਤਾਂ ਬੇਰੁਜ਼ਗਾਰੀ ਭੱਤਾ ਦੇਣਾ ਹੈ। ਰੁਜ਼ਗਾਰ ਦਾ ਪੈਸਾ ਤਾਂ ਉਹਦਾ ਕੇਂਦਰ ਤੋਂ ਆਉਂਦਾ 100% ਮਨਰੇਗਾ ਦਾ, ਤੇ ਤੁਹਾਡੇ ਤਾਂ ਪ੍ਰਸ਼ਾਸਨ ਹੀ ਕੰਮ ਨਹੀਂ ਕਰਦਾ ਠੀਕ ਤਰੀਕੇ ਨਾਲ। ਜੇ ਪ੍ਰਸ਼ਾਸਨ ਠੀਕ ਤੱਕ ਨਾ ਕੰਮ ਕਰਨ ਲਾ ਲਓ ਉਹ ਪੈਸਾ ਆਵੇ, ਜਿਹੜਾ ਨਹੀਂ ਦੇਣ ਦਿੰਦਾ ਉਹਦਾ ਬੇਰੁਜ਼ਗਾਰੀ ਭੱਤਾ ਦਿਓ, ਤੇ ਜਾਂ ਤੁਸੀਂ ਬਹੁਤ ਵੱਡਾ ਰੁਜ਼ਗਾਰ ਦੇਣਾ ਚਾਹੁੰਦੇ ਹੋ ਇੰਨੇ ਕੁ ਪੈਸੇ ਨਾਲ 10,000 ਕਰੋੜ ਹੋਰ ਪਾ ਕੇ ਔਰ ਤਾਂ ਮਨਰੇਗਾ ਦੇ 100 ਦੀ ਬਜਾਏ 200 ਦਿਨ ਕਰ ਦੋ, ਇੱਕ ਹਫ਼ਤੇ ਕੋਲ। ਉਸੇ ਤਰ੍ਹਾਂ ਸ਼ਹਿਰੀ ਮਜ਼ਦੂਰਾਂ ਵਾਸਤੇ ਵੀ ਹੈ, ਰਾਜਸਥਾਨ ਗਵਰਨਮੈਂਟ ਨੇ ਸ਼ਹਿਰੀ ਮਜ਼ਦੂਰਾਂ ਵਾਸਤੇ ਮਨਰੇਗਾ ਲਾਗੂ ਕੀਤੀ ਹੋਈ ਹੈ। ਤੇ ਜੇ ਸ਼ਹਿਰ ਦੇ ਵਿੱਚ ਇੰਡਸਟਰੀ ਨੂੰ ਉਹਨਾਂ ਨਹੀਂ ਮਿਲਦਾ ਤਾਂ ਤੁਸੀਂ ਸ਼ਹਿਰੀ ਉਹ ਹੈ ਜੀ ਕੋਈ ਨਾਲ ਤੋਰ ਲਓ ਆਪਣੀ ਸਕੀਮ। ਰੁਜ਼ਗਾਰ ਬਹੁਤ ਜ਼ਰੂਰੀ ਚੀਜ਼ ਹੈ, ਪਰ ਉਹਦੇ ਲਈ ਇੱਕ ਪੈਸਾ, ਉਹਦਾ ਖਾਕਾ ਤੇ ਉਹ ਸਾਰਿਆਂ ਲਈ ਇੱਕੋ ਜਿਹਾ ਮਾਹੌਲ, ਉਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ। ਇੱਕ ਮੈਂ ਅੱਜ ਚਰਨਜੀਤ ਭੁੱਲਰ ਹੋਰਾਂ ਦੀ ਖਬਰ ਦੇਖ ਰਿਹਾ ਸੀ, ਉਹ ਕਹਿੰਦੇ ਕਿ ਸਾਬਕਾ ਸਰਪੰਚਾਂ ਨੇ ਇੰਨੇ ਕਰੋੜ ਦਾ ਘਪਲਾ ਕਰ ਲਿਆ ਤੇ ਉਹ ਸਰਕਾਰ ਉਹਦੀ ਜਾਂਚ ਕਰਾਉਣ ਜਾ ਰਹੀ ਆ। ਕੀ ਸਰਪੰਚੇ ਇਹ ਪਿੰਡਾਂ ਨੂੰ ਆਇਆ ਪੈਸਾ ਖਾ ਜਾਂਦੇ ਨੇ ਜਾਂ ਪਿੰਡਾਂ ਨੂੰ ਸਰਕਾਰਾਂ ਵੀ ਖਾਂਦੀਆਂ ਰਹੀਆਂ ਨੇ ਜਾਂ ਹੁਣ ਵਾਲੀਆਂ ਸਰਕਾਰਾਂ ਵੀ ਖਾ ਰਹੀਆਂ ਨੇ? ਸੋ ਇਹ ਕੀ ਹੈ, ਇਹ ਮਸਲਾ ਅਸਲ 'ਚ ਹੈ ਕੀ ਹੈ? ਇਹ ਬਦਲਾਖੋਰੀ ਵਾਲੀ ਰਾਜਨੀਤੀ ਦਾ ਹਿੱਸਾ ਜਾਂ ਸੱਚਮੁੱਚ ਘਪਲਿਆਂ ਦਾ ਹਿੱਸਾ? ਨਹੀਂ, ਵੈਸੇ ਤਾਂ ਘਪਲੇ ਕਿਹੜੀ ਜਗ੍ਹਾ ਨਹੀਂ ਹੁੰਦੇ, ਮਤਲਬ ਸਾਡੇ ਕੋਈ ਦੱਸੋ ਡਿਪਾਰਟਮੈਂਟ ਫਲਾਨਾ ਜੇ ਉਹ ਸਾਰੀਆਂ ਚੀਜ਼ਾਂ ਤਾਂ ਹੈ। ਪਰ ਪੰਚਾਇਤਾਂ ਦੇ ਮਾਮਲੇ ਦੇ ਵਿੱਚ ਇਹ ਹੈ ਕਿ ਪੰਚ ਜਦੋਂ ਤੋਂ ਧੜਿਆਂ 'ਚ ਵੰਡੇ ਗਏ, ਉਹ ਪਾਰਟੀਬਾਜ਼ੀ 'ਚ ਵੰਡੇ ਗਏ, ਗਰੁੱਪਾਂ 'ਚ ਵੰਡੇ ਗਏ, ਧੜੇਬੰਦੀ 'ਚ ਵੰਡੇ ਗਏ। ਔਰ ਉਹ ਸਰਪੰਚ ਜਿਹੜੇ ਕੰਮ ਕਰਦੇ ਨੇ ਗ੍ਰਾਂਟ ਤੋਂ ਲੈ ਕੇ ਸਾਰੇ ਪੈਸੇ 'ਚ, ਇੱਕ ਦੋਸ਼ ਇਹ ਲੱਗਦਾ ਰਿਹਾ ਲਗਾਤਾਰ ਕਿ ਉਹ ਪੈਸਿਆਂ ਦੇ ਵਿੱਚੋਂ, ਗ੍ਰਾਂਟਾਂ ਦੇ ਵਿੱਚੋਂ ਵੀ ਹਲਕਾ ਇੰਚਾਰਜ MLA ਤੱਕ ਤੇ ਮੰਤਰੀਆਂ ਤੱਕ ਜਾਂਦੇ ਰਹੇ ਨੇ। ਦੂਜੀ ਗੱਲ, ਪੰਚਾਇਤ ਸੈਕਟਰੀ, BDPO, ADC, DDPO ਉਹ ਤਾਂ ਹਿੱਸਾ ਲੈਂਦੇ। ਉਹਦੇ ਤੋਂ ਬਿਨਾਂ ਤਾਂ ਇਹ ਹੋ ਹੀ ਨਹੀਂ ਸਕਦਾ ਫਰਾਡ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ। ਇਹ ਸੰਭਵ ਥੋੜੀ ਹੈ ਕਿ ਫਰਾਡ ਕੋਈ ਕਰ ਜੂਗਾ ਸਰਪੰਚ। ਬਹੁਤੇ ਸਰਪੰਚਾਂ ਨੂੰ ਤਾਂ ਪਤਾ ਹੀ ਨਹੀਂ ਰੂਲ ਰੈਗੂਲੇਸ਼ਨ, ਉਹ ਸੈਕਟਰੀ ਧੱਕੇ ਨਾਲ ਜੋ ਵੀ ਮਤੇ ਪਵਾਉਂਦੇ ਫਿਰਦੇ ਨੇ ਤੇ ਆਪਣੇ ਢੰਗ ਨਾਲ ਖਾਂਦੇ ਨੇ। ਤੁਸੀਂ ਦੇਖੋ ਕਿ ਇੱਕ ਮਾਮੂਲੀ ਤਨਖਾਹ ਲੈਣ ਵਾਲੇ 20,000 30,000 25,000 ਤਨਖਾਹ ਲੈਣ ਵਾਲੇ ਬੰਦੇ, ਸੈਕਟਰੀਆਂ ਕੋਲ ਗੱਡੀਆਂ ਦਾ ਲੈਵਲ ਦੇਖੋ, ਉਹਨਾਂ ਦਾ ਸਟੈਂਡਰਡ ਦੇਖੋ ਕੀ ਹੈ, ਤੇ ਪਤਾ ਲੱਗ ਜਾਂਦਾ ਕਿ ਨਾਰਮਲ ਗੱਲ ਹੈ ਕਿ ਨਹੀਂ। ਔਰ ਪਰ ਜਿਹੜੀ ਗਾਜ ਗਿਰਦੀ ਆ ਕੇ ਜਦੋਂ ਜਾਂਚ ਹੁੰਦੀ ਹੈ ਤਾਂ ਉਹ ਸਰਪੰਚ ਤੇ ਗਿਰਦੀ ਹੈ, ਤਾਂ ਉਹ ਸਾਰਿਆਂ ਤੇ ਕਿਉਂ ਨਹੀਂ? ਜਿਹੜੇ ਵੀ ਬੰਦੇ ਉਹਦੇ ਚ ਇਨਵੋਲਵ ਨੇ, ਜਾਂਚ ਹੋ ਕੇ ਕਿਹੜੇ ਬੰਦੇ ਨੇ ਕੀ ਕੀਤਾ, ਕਿੱਥੇ ਹੈ। ਔਰ ਇਦੋਂ ਵੀ ਅਗਲੀ ਗੱਲ, ਇਹਦੇ ਲਈ ਇੱਕ ਬਹੁਤ ਵਧੀਆ ਮਤਲਬ ਤਜਵੀਜ਼ ਹੁੰਦੀ ਹੈ, ਤਜਵੀਜ਼ ਨਹੀਂ ਕਾਨੂੰਨ ਦੇ ਵਿੱਚ ਪਾਬੰਦੀ ਹੈ ਬਲਕਿ, ਕਿ ਇਕਨੋਮਿਕ ਆਡਿਟ ਤਾਂ ਹੋਵੇ ਠੀਕ ਹੈ, ਸੋਸ਼ਲ ਆਡਿਟ ਹੋਣਾ ਚਾਹੀਦਾ। ਅੱਛਾ ਜੀ। ਸੋਸ਼ਲ ਆਡਿਟ ਦਾ ਮਤਲਬ ਹੈ ਗ੍ਰਾਮ ਸਭਾ ਇਕੱਠੀ ਹੋਵੇ, ਉਹਦੇ ਚ ਹਿਸਾਬ ਕਿਤਾਬ ਮੰਗੇ ਹੋ, ਉੱਥੇ ਹਿਸਾਬ ਕਿਤਾਬ ਦਿਓ, ਉਹਨਾਂ ਪ੍ਰਤੀ ਜਵਾਬ ਦੇ ਰਹੋ। ਇਹਦੇ ਚ ਇੱਕ ਮਿਲੀ ਭੁਗਤ ਹੋ ਜਾਂਦੀ ਹੈ। ਫਿਰ ਪੰਚਾਇਤ ਸੈਕਟਰੀ, BDPO ਅਫਸਰ ਤੇ ਪੰਤਰੀ ਸੰਤਰੀ, ਇਲਾਕਾ ਇੰਚਾਰਜ ਤੇ ਸਰਪੰਚ ਸਮੇਤ ਕੋਈ ਨਹੀਂ ਚਾਹੁੰਦਾ ਗ੍ਰਾਮ ਸਭਾ ਹੋਵੇ। ਉੱਪਰ ਵੰਡ ਕੇ ਖਾਣਾ, ਜਿਹੜਾ ਉੱਪਰਲਾ ਵੰਡ ਕੇ, ਜਿਹੜਾ ਹੇਠਾਂ ਲੋਕ ਪੁੱਛਣਗੇ ਬੈਠ ਕੇ, ਪਿੰਡ ਵਾਲੇ ਨੂੰ ਪਤਾ ਹੀ ਹੈ ਨਾ, ਜਾਂ ਤੁਸੀਂ ਉੱਥੇ ਖੜ ਕੇ ਇਕੱਠ ਚ ਦੱਸੋਗੇ ਵੀ ਇੰਨੇ ਪੈਸੇ ਆਏ ਨੇ, ਇਹਦੇ ਤੇ ਇੰਨਾ ਲੱਗਿਆ। ਅਗਲਾ ਕਹਿੰਦਾ ਪੁਲੀ ਬਣਾਈ ਹੈ ਜੀ, ਪੁਲੀ 50,000 ਦੀ ਨਹੀਂ 5 ਲੱਖ ਰੁਪਇਆ ਲਾਤਾ। ਇਹ ਤਾਂ ਲੋਕਾਂ ਨੂੰ ਦਿਖਦਾ ਵੀ ਪੁਲੀ ਕਹੀ ਜੀ, ਉਹਨਾਂ ਦੇ ਸਾਹਮਣੇ ਦਿਖਾਈ ਦੇ ਰਹੀ ਹੈ ਨਾ ਚੀਜ਼ਾਂ। ਇਸ ਲਈ ਇੱਕ ਤਾਂ ਇਹ ਬਹੁਤ ਬੜਾ ਫੰਡ ਹੈ। ਦੂਜਾ ਫੰਡ ਇਹਦੇ ਵਿੱਚ ਇੱਕ ਇਹ ਹੈ ਕਿ DC ਰੇਟ ਇਸ ਢੰਗ ਨਾਲ ਡਿਸਾਈਡ ਕੀਤੇ ਨੇ, ਬਹੁਤੀ ਵਾਰੀ ਉਹ ਮਾਰਕੀਟ ਨਾਲ ਮੈਚ ਨਹੀਂ ਕਰਦੇ।
ਠੀਕ ਹੈ ਜੀ। ਤੁਹਾਡੇ ਪਹਿਲੇ ਮਤੇ ਗਲਤ ਜਾਲੀ ਪਵਾ ਲਏ ਜਾਂਦੇ ਨੇ। ਮੈਨੂੰ ਇਹ ਗੱਲ ਹੀ ਨਹੀਂ ਸਮਝ ਆਈ, ਅਜੀਬੋ-ਗਰੀਬ ਹੈ। ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਫੰਡੇ ਦੇ ਵਿੱਚ, ਚਾਹੇ ਉਹ ਸ਼ਹਿਰ ਦਾ ਕੰਮ ਹੈ ਜਿਹੜਾ ਮਰਜ਼ੀ, ਵੱਡਾ ਕੋਈ ਕੰਮ ਕਰਨਾ ਲੱਖਾਂ ਦਾ ਕਰੋੜਾਂ ਦਾ, ਤਾਂ ਉਹਦੇ ਲਈ ਟੈਂਡਰ ਕਾਲ ਹੁੰਦੇ ਨੇ। ਬਿਲਕੁਲ। ਛੋਟਾ ਕੋਈ ਕੰਮ ਕਰਨਾ ਕੋਟੇਸ਼ਨਾਂ ਹੀ ਹੈ ਜਿਹੜੀਆਂ ਆ ਚੀਜ਼ਾਂ। ਇੱਥੇ ਕਹਿੰਦੇ ਨੇ ਨਾ ਕੋਟੇਸ਼ਨ ਨਾ ਟੈਂਡਰ, ਡੀਸੀ ਰੇਟ। ਮਤਲਬ ਡੀਸੀ ਦਾ ਰੇਟ ਤੈਅ ਕਰਤਾ ਜੀ ਕਿ ਰੇਤਾ ਜਿਹੜਾ ਤੁਸੀਂ ਮਤਲਬ 20 ਰੁਪਏ ਫੁੱਟ ਤੋਂ ਵੱਧ ਨਹੀਂ ਲੈ ਸਕਦੇ। ਠੀਕ ਹੈ ਜੀ। ਮਾਰਕੀਟ ਦੇ ਰੇਟ 40 ਤੋਂ ਵੱਧ ਨਹੀਂ ਮਿਲਦਾ। ਹੁਣ ਇੱਕ ਗੱਲ ਕਰਕੇ ਤੁਸੀਂ ਕੰਮ ਖੜਾ ਦੋਗੇ, ਫਿਰ ਉਹ ਸੈਕਟਰੀ ਕਹਿੰਦਾ ਕਰ ਲਾਂਗੇ ਜੀ ਐਡਜਸਟ, ਕਿਤੇ ਕੋਈ ਨਹੀਂ ਪਾ ਦੋ ਬਸ ਇੱਕ ਵਾਰ ਬਤਾ। ਜਿਆਦਾ ਆਡਿਟ ਹੋਏਗਾ ਉਹ ਨਿਕਲ ਆਊਗਾ, ਫਸ ਜਾਓਗੇ ਤੁਸੀਂ। ਜਾਂ ਤਾਂ ਡੀਸੀ ਨੂੰ ਫੜੋ ਵੀ ਭਾਈ ਮਾਰਕੀਟ ਚ ਰੇਤਾ। ਆਡਿਟ ਦੇ ਵਿੱਚ ਇਹ ਬੰਦਾ ਫਸਣਾ ਚਾਹੀਦਾ ਹੈ। ਉਸ ਸਮੇਂ ਇਨਕੁਆਇਰੀ ਕਰੋ ਕਿ ਵਾਕਈ ਮਾਰਕੀਟ ਚ ਰੇਤਾ 40 ਰੁਪਏ ਸੀ ਜਾਂ 20 ਰੁਪਏ ਸੀ। ਜੇ 40 ਰੁਪਏ ਸੀ ਤਾਂ ਡੀਸੀ ਨੂੰ ਫੜੋ, ਤੂੰ ਕਿਉਂ ਗਲਤ ਕਰਾ ਰਿਹਾ। ਤੇ ਜੇ 40 ਦੀ ਨਹੀਂ ਸੀ, 20 ਸੀ, 40 ਪਾਇਆ, ਫਿਰ ਠੀਕ ਹੈ। ਫਿਰ ਉਹਨਾਂ ਨੂੰ ਤੁਸੀਂ ਪੁੱਛੋਗੇ। ਇਸੇ ਤਰ੍ਹਾਂ ਇੱਟ ਦਾ ਰੇਟ ਹੈ, ਤੁਸੀਂ ਪਾਤਾ ਜੀ, ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਰੇਟ ਡੀਸੀ ਡਿਸਾਈਡ ਕਰਦੇ ਨੇ। 5000 ਰੁਪਏ ਇੱਟ ਦਾ ਰੇਟ 7000 ਹੋ ਗਿਆ ਤੇ ਚੱਲਦੇ ਦੌਰਾਨ, ਤੇ ਉਹ 7000 ਕਿੱਥੇ ਖਪਾਊਗਾ ਬੰਦਾ। ਫਿਰ ਉਹ ਇੱਟਾਂ ਗਿਣਦੇ ਨੇ, ਗਿਣ ਲੋਗੇ ਇੱਟਾਂ, ਉਹ 7000 ਚ ਤਾਂ 5000 ਜੋਗੀ ਆਊਗੀ ਨਹੀਂ ਨਾ। ਇਹ ਸਿਸਟਮ ਚ ਇਨਬਿਲਟ ਕਰਪਟ ਹੋਣ ਦੀ ਜਿਹੜੀ ਸੰਭਾਵਨਾ ਹੈ, ਇਹ ਕਿਉਂ ਪਾਈ ਹੋਈ ਹੈ? ਇਹ ਕਿਉਂ ਨਹੀਂ ਅਸੂਲ ਤੇ ਰੂਲ ਐਕਟ ਬਣਦਾ ਕਿ ਜੋ ਫਾਰਮੂਲਾ ਬਾਕੀ ਕਿਤੇ ਅਪਣਾਇਆ ਜਾਂਦਾ ਟੈਂਡਰ ਦਾ ਤੇ ਕੋਟੇਸ਼ਨ ਦਾ, ਉਹੀ ਪੰਚਾਇਤੀ ਕੰਮਾਂ ਦੇ ਵਿੱਚ ਅਪਣਾਇਆ ਜਾਏਗਾ, ਉਹ ਕਿਤੇ ਹੋਰ ਨਹੀਂ ਅਪਣਾਇਆ ਜਾਏਗਾ, ਤਾਂ ਕਿ ਬਾਕੀ ਉਸ ਲੈਵਲ ਦੀ ਗੱਲ ਨਾ ਹੋਵੇ। ਤੇ ਇੱਕ ਹੋਰ ਗੱਲ ਇਹ ਐਡੀਸ਼ਨਲ ਹੈ, ਉਹ ਗੱਲ ਇਹ ਹੈ ਕਿ ਜਿੰਨੇ ਵੀ ਪੰਚਾਇਤੀ ਜ਼ਮੀਨਾਂ ਅਕਵਾਇਰ ਹੋਈਆਂ ਨੇ, ਤੁਸੀਂ ਦੱਸ ਦਿਓ ਕਿ ਉੱਥੇ ਅਫਸਰ ਦੀਆਂ 955 ਏਕੜ ਤੋਂ ਵੱਧ, 1000 ਏਕੜ ਤੋਂ ਵੱਧ ਰਾਜਪੁਰੇ ਦੇ ਨੇੜੇ 5 ਪਿੰਡਾਂ ਦੀ ਜ਼ਮੀਨ ਸਾਮਨਾਟੋ ਕੀਤੀ ਹੈ। ਉਹ 2-3 ਵੀਡੀਓ ਅੰਦਰ ਨੇ, ਤੇ ਸਰਪੰਚ ਵੀ ਤੇ ਬਲਾਕ ਸਮਿਤੀ ਸਾਰੇ ਰਲ ਕੇ ਖਾ ਗਏ। ਉਹਨਾਂ ਨੇ ਤਾਂ ਦੋਸ਼ ਲਾਇਆ, ਬਲਾਕ ਸਮਿਤੀ ਮੈਂਬਰ ਨੇ ਮੈਨੂੰ ਦੱਸਿਆ ਕਿ ਉਸ ਸਮੇਂ ਦੇ FCR ਤੱਕ ਨੇ ਹਿੱਸਾ ਮੰਗਿਆ ਜੀ, ਕਿਉਂਕਿ ਕਰੋੜਾਂ ਰੁਪਇਆ ਬਣਦਾ, ਉਹ ਅਰਬਾਂ ਰੁਪਏ, ਉਹ ਕਿੱਥੇ ਜਾਂਦਾ, ਉੜ ਜਾਂਦਾ। ਔਰ ਉਹ ਪੰਚਾਇਤ ਦੀ ਆਮਦਨ ਨਹੀਂ ਹੁੰਦੀ, ਉਹ ਤਾਂ ਅਸੈਟ ਵੇਚੇ ਹੋਏ ਨੇ। ਤੁਸੀਂ ਆਮਦਨ ਕਹਿ ਕੇ ਉਹਨਾਂ ਦੇ ਪੈਸੇ ਹੜਪ ਰਹੇ ਹੋ। ਪੈਸੇ ਕਿਵੇਂ ਹੜਪ ਰਹੇ ਹੋ? ਇੱਕ ਰੂਲ ਜਾਰੀ ਕਰਤਾ ਜੀ, ਐਗਜ਼ੈਕਟਿਵ ਰੂਲ, ਕਿ ਜਿੰਨੀ ਵੀ ਪੰਚਾਇਤ ਦੀ ਆਮਦਨ ਹੋਏਗੀ ਸ਼ਾਮਲਾਟ ਤੋਂ ਜਾਂ ਬਾਕੀ ਮਾਮਲਿਆਂ ਤੋਂ, ਉਹਦਾ 30% ਸਰਕਾਰ ਲਿਜਾਊਗੀ। ਕਾਹਦੇ ਕਰਕੇ ਲਿਜਾਊਗੀ? ਕਿਉਂਕਿ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ। ਇਹ ਵੀ ਕਪੜਾ ਨਹੀਂ, ਹੋਰ ਡਿਪਾਰਟਮੈਂਟਾਂ ਦੀ ਤਨਖਾਹ ਬਾਈਟ ਚੋਂ ਨਹੀਂ ਆਉਂਦੀ। ਇਹ ਸਰਕਾਰੀ ਕਪੜਾ ਨਹੀਂ ਭਾਜੀ। ਇੱਕ ਮਤਲਬ ਇਹ ਹੈ ਕਿ ਪਿੰਡ ਨੂੰ ਤੁਸੀਂ ਮੂਰਖ ਸਮਝਦੇ ਹੋ ਜਾਂ ਪਿੰਡ ਨੂੰ ਤੁਸੀਂ ਲੁੱਟਣਾ ਜਾਣਦੇ ਹੋ। ਜੇ ਬਾਕੀ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਈਟ ਤੋਂ ਆਉਂਦੀਆਂ ਨੇ, ਤਾਂ ਇਹ ਪੰਚਾਇਤੀ ਰਾਜ ਸੰਸਥਾਵਾਂ ਦੇ ਮੁਲਾਜ਼ਮਾਂ ਦੀ ਤਨਖਾਹ ਬਾਈਟ ਚੋਂ ਕਿਉਂ ਨਹੀਂ ਆਉਂਦੀ? ਉਹਨਾਂ ਦਾ ਹਿੱਸਾ ਨਹੀਂ ਹੈ, ਪੇਂਡੂ ਲੋਕਾਂ ਦਾ ਹਿੱਸਾ ਨਹੀਂ ਹੈ ਉਹਦੇ ਵਿੱਚ ਬਾਈਟ ਚ। ਔਰ ਫਿਰ ਤੁਸੀਂ ਕਹਿ ਰਹੇ ਹੋ ਪਿੰਡ ਪਛੜ ਗਏ, ਪਿੰਡ ਨੂੰ ਅਸੀਂ ਦੇਖੋ ਕਿੰਨੀ ਗ੍ਰਾਂਟ ਦਿੰਦੇ, ਤੁਸੀਂ ਤਾਂ ਉਹਦੇ ਵਾਲੇ ਨਹੀਂ ਛੱਡਦੇ, ਉਹਦੀ ਆਮਦਨੀ ਛੱਡ ਰਹੇ। ਪਿਛਲੇ ਸਾਲ 400 ਕਰੋੜ ਤੋਂ ਜ਼ਿਆਦਾ ਦੀ ਕੱਲੀ ਸ਼ਾਮਲਾਟ ਦੀ ਬੋਲੀ ਸੀ। ਇਹਦਾ ਮਤਲਬ 100 ਕਰੋੜ ਤੋਂ ਵੱਧ ਤਾਂ ਤੁਸੀਂ ਪੈਸੇ ਹੀ ਲੈ ਗਏ ਨਾ ਪੰਚਾਇਤਾਂ ਤੋਂ। ਬਿਲਕੁਲ। ਇਹਨਾਂ ਜਿਹੜੀਆਂ ਵੀ ਚੀਜ਼ਾਂ ਲੈ ਗਏ, ਫਿਰ ਬੋਲੀਆਂ ਚੋਂ ਜਿਹੜਾ ਜਾ ਕੇ ਤੁਸੀਂ ਥੱਬਾ ਦਾ ਥੱਬਾ ਭਰ ਲਿਆਉਂਦੇ ਨੇ, DDPO BDPO ਜਾ ਕੇ, ਉਹ ਵੱਖਰਾ, ਉਹਨਾਂ ਉਹ ਅਕਾਊਂਟ 'ਚ ਹੀ ਨਹੀਂ ਹੈ। ਉਹ ਕਹਿੰਦੇ ਨੇ ਇੱਥੇ ਸਿੱਧਾ ਸੈੱਟ ਕਰ ਦਿਓ, ਮੈਂ ਤਾਂ ਲੈ ਗਿਆ ਜਿੰਨੀਆਂ ਲੈ ਗਿਆ। ਔਰ ਫਿਰ ਉਹ ਸਾਰੇ ਮਾਮਲੇ ਦੇ ਵਿੱਚ ਇਦੋਂ ਅੱਗੇ ਜਿਹੜੀਆਂ ਕੋਈ ਗ੍ਰਾਂਟ ਆਉਣੀ ਹੈ ਪੰਜਾਬ ਦੇ ਵਿੱਚੋਂ, ਪਿਛਲੇ ਕਿੰਨੇ ਸਾਲਾਂ 2013 ਤੋਂ ਬਾਅਦ ਖਾਸ ਤੌਰ ਤੇ ਇੱਕ ਪੰਜੀ ਵੀ ਪੰਜਾਬ ਦੇ ਬਜਟ ਚੋਂ ਪੇਂਡੂ ਪੰਚਾਇਤਾਂ ਨੂੰ ਨਹੀਂ ਗਈ। ਔਰ ਕਿਉਂ ਨਹੀਂ ਗਈ? ਉਹਨਾਂ ਦਾ ਬਜਟ 'ਚ ਹਿੱਸਾ ਕਿੱਥੇ ਗਿਆ? ਫਿਰ ਤੁਸੀਂ ਲੈ ਗਏ ਇੰਨੇ ਸਾਲਾਂ 'ਚ 1000 ਕਰੋੜ ਰੁਪਈਆ ਪੰਚਾਇਤਾਂ ਦਾ ਤੁਸੀਂ ਲੈ ਕੇ ਤਨਖਾਹਾਂ ਦੇ ਰੂਪ 'ਚ, ਪੈਸਾ ਕੋਈ ਨਹੀਂ ਦਿੱਤਾ। ਪੈਸਾ ਜਿਹੜਾ ਮਾੜਾ ਮੋਟਾ ਗਿਆ, ਜਾਂ ਤਾਂ ਉਹ ਮਨਰੇਗਾ ਦਾ ਮਟੀਰੀਅਲ ਕਾਸਟ ਹੈ ਜੀ, ਟੈਲਾਂ ਟੂਲਾਂ ਲੱਗਦੀਆਂ ਨੇ, ਜਾਂ ਫਾਈਨਾਂਸ ਕਮਿਸ਼ਨ ਦੀ ਗ੍ਰਾਂਟ ਹੈ ਜਿਹੜੀ ਮਤਲਬ ਕੇਂਦਰ ਤੋਂ ਆਉਂਦੀ ਹੈ, ਜਿਹੜੀ ਪਰ ਹੈਡ ਆਬਾਦੀ ਦੇ ਲਿਹਾਜ਼ ਨਾਲ ਕਿ 606 ਰੁਪਏ ਆਉਣੇ ਹੀ ਨੇ ਪਰ ਹੈਡ, ਹਰ ਪਿੰਡ ਨੂੰ ਜਾਣੇ ਨੇ। ਤੇ ਤੁਸੀਂ ਫਿਰ ਕਿਵੇਂ, ਕਿਹੜਾ ਮੋਰਲ ਗਰਾਊਂਡ ਹੈ ਤੁਹਾਡੇ ਕੋਲ, ਇਖਲਾਕੀ ਹੱਕ ਹੈ ਕਿ ਤੁਸੀਂ ਜਾ ਕੇ ਥਾਣੇਦਾਰੀ ਤਾਂ ਕਰੋ, ਪਰ ਦਿਆਨਤਦਾਰੀ ਦੇ ਨਾਲ ਉਹਦੀਆਂ ਸਮੱਸਿਆਵਾਂ ਨਾਲ ਬਾਚੋ ਤੇ ਬਾਕੀ ਚੀਜ਼ਾਂ ਨਾ ਦੇਖੋ ਤੇ ਹੋਰ ਨਾ ਕਰੋ। ਇੱਕ ਹੋਰ ਪਹਿਲੂ ਹੈ, ਤੁਸੀਂ ਕਹਿ ਰਹੇ ਹੋ ਕਿ ਸਾਰੀਆਂ ਪੰਚਾਇਤਾਂ, ਮੈਂ ਕਹਿੰਦੇ ਸੁਣਿਆ ਕਈ ਦਫਾ, ਮੈਂ 1-2 ਸੈਮੀਨਾਰਾਂ ਚ ਇਹਨਾਂ ਦੇ ਚ ਗਿਆ ਜਿੱਥੇ 2-2000 ਸਰਪੰਚ ਇਕੱਠੇ ਕੀਤੇ ਸੀ ਮੰਤਰੀ ਨੇ, ਜਿੱਥੇ ਗ੍ਰਾਮ ਸਭਾ ਦਾ ਦਿਖਾਉਣਾ ਸੀ, ਉੱਥੇ ਸਪੀਚ ਸੁਭਾਵਕ ਸਾਡੇ ਪੋਲੀਟੀਸ਼ੀਅਨ ਦਾ ਨਾ ਇੱਕੋ ਬਣ ਗਿਆ, ਚਾਹੇ ਉਹ ਨੈਗੇਟਿਵ ਨਾ ਵੀ ਸੋਚੇ। ਉਹ ਕਹਿੰਦੇ ਦੇਖੋ ਵੀ ਤੁਸੀਂ ਜਿਹੜੇ ਸਾਰੇ ਬੈਠੇ ਹੋ, ਇਹ ਸਾਡੇ ਤਾਂ ਸਰਪੰਚ ਨਹੀਂ। ਅੱਛਾ, ਇਹ ਤਾਂ ਤੁਸੀਂ ਪਹਿਲਾਂ ਚੁਣੇ ਹੋਏ ਹੋ ਨਾ, ਜਾਂ ਬਹੁਤੇ ਕਾਂਗਰਸ ਨਾਲ ਹੋਵੋਗੇ, ਜਿਹਦੀ ਸਰਕਾਰ ਸੀ ਅਕਾਲੀਆਂ ਨਾਲ ਹੋਵੋਗੇ, ਸਾਡੇ ਤਾਂ ਇਹ ਨਹੀਂ, ਸਾਡੇ ਤਾਂ ਜੇ ਬਣਨੇ ਨੇ। ਇਹਦਾ ਮਤਲਬ ਕੀ ਮੈਸੇਜ ਹੈ ਕਿ ਅਗਲੀਆਂ ਜਿਹੜੀਆਂ ਪੰਚਾਇਤਾਂ ਬਣਨਗੀਆਂ ਉਹ ਤੁਸੀਂ ਧੱਕੇ ਨਾਲ ਜਾਂ ਜਿਸ ਤਰੀਕੇ ਨਾਲ ਵੀ ਆਪਦੀਆਂ ਬਣਾਓਗੇ,
ਜਿਵੇਂ ਪਹਿਲਾਂ ਕਾਂਗਰਸ ਜਾਂ ਅਕਾਲੀ ਆਪਦੀਆਂ ਸਰਕਾਰਾਂ ਸਮੇਂ ਆਪਣੇ ਉਹੀ ਫਾਰਮੂਲਾ ਚੱਲੂਗਾ, ਉਹੀ ਫਾਰਮੂਲਾ। ਤੁਸੀਂ ਪਿੰਡ ਨੂੰ ਪਿੰਡ ਕਿਉਂ ਨਹੀਂ ਰਹਿਣ ਦਿੰਦੇ, ਪੰਚਾਇਤ ਨੂੰ ਇੰਡੀਪੈਂਡੈਂਟ ਬਾਡੀ ਕਿਉਂ ਨਹੀਂ ਰਹਿਣ ਦਿੰਦੇ, ਉਹਦੇ ਚ ਆਪਣੀ ਪਾਰਟੀ ਦੀ ਸਿਆਸਤ ਕਿਉਂ ਘਸੋੜਦੇ ਹੋ? ਸਿਆਸਤ ਹੁੰਦੀ ਹੈ ਪਰ ਪਾਰਟੀ ਸਿਆਸਤ ਕਿਉਂ ਘਸੋੜਦੇ ਹੋ? ਤੁਸੀਂ ਮੇਰਾ ਤਾਂ ਤੇਰਾ ਕਿਉਂ ਕਰਦੇ ਹੋ? ਸਰਪੰਚ ਇਹੀ ਤਾਂ ਮੋਦੀ ਹੋਣੀ ਕਰ ਰਹੇ, ਐਮਐਲਏ ਐਮਪੀ ਹੈ, ਇਹੀ ਮੋਦੀ ਹੋਣੀ ਕਰ ਰਹੇ ਨੇ। ਨਰਿੰਦਰ ਮੋਦੀ ਇਹ ਕਹਿ ਰਿਹਾ ਵੀ ਜੇ ਡਬਲ ਇੰਜਨ ਦੀ ਸਰਕਾਰ ਹੈ, ਜੇ ਸੂਬੇ ਚ ਵੀ ਮੇਰੀ ਹੈ ਫਿਰ ਤਾਂ ਪੂਰਾ ਅਸੀਂ ਵਿਕਾਸ ਕਰਾਂਗੇ, ਜੇ ਮੇਰੀ ਨਹੀਂ ਹੈ ਫਿਰ ਕੋਈ ਨਹੀਂ ਪੁੱਛਾਂਗੇ। ਇਹੀ ਤੁਸੀਂ ਹੀਠਾਂ ਕਰ ਰਹੇ ਹੋ। ਜੇ ਜ਼ਿਲ੍ਹਾ ਪ੍ਰੀਸ਼ਦ ਮੇਰੀ ਹੈ, ਜੇ ਪੰਚਾਇਤ ਮੇਰੀ ਹੈ, ਜੇ ਮਿਊਨਿਸਪੈਲਿਟੀ ਮੇਰੀ ਹੈ ਤਾਂ ਮੈਂ ਤੁਹਾਨੂੰ ਨਾਲ ਦਊਂਗਾ, ਨਹੀਂ ਥੋੜੀ ਜਾਂਚ ਕਰੂੰਗਾ। ਇਹ ਜਿਹੜਾ ਅਪਰੋਚ ਹੈ ਇਹ ਨਾ ਸੰਵਿਧਾਨ ਦੇ ਅਨੁਕੂਲ ਠੀਕ ਹੈ, ਨਾ ਕਾਨੂੰਨ ਦੇ ਮੁਤਾਬਕ ਠੀਕ ਹੈ, ਨਾ ਜਮਹੂਰੀਅਤ ਦੇ ਮੁਤਾਬਕ ਠੀਕ ਹੈ, ਨਾ اخلاقی ਤੌਰ ਤੇ ਠੀਕ ਹੈ, ਕਿਸੇ ਵੀ ਤੌਰ ਤੇ ਠੀਕ ਨਹੀਂ ਹੈ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਬੜਾ ਵੱਡੇ ਪੱਧਰ ਤੇ ਇੱਕ ਸੰਵਾਦ ਹੋਣਾ ਚਾਹੀਦਾ, ਕਿਉਂਕਿ ਡੈਮੋਕ੍ਰੈਟਿਕ ਵੈਲਿਊ ਸਿਸਟਮ ਕੀ ਹੁੰਦਾ ਹੈ ਉਹ ਸਾਨੂੰ ਸਮਝ ਆਉਣੀ ਚਾਹੀਦੀ ਹੈ, ਸਾਡੇ ਲੀਡਰ ਨੂੰ ਵੀ, ਸਾਡੇ ਅਫਸਰਾਂ ਨੂੰ ਵੀ, ਸਾਡੇ ਪੰਚਾਇਤਾਂ ਤੱਕ ਵੀ ਜਾ ਕੇ ਨਾ ਉੱਥੇ ਤੱਕ ਵੀ ਇੱਕ ਜਾਗਰੂਕਤਾ ਦੀ ਮੁਹਿੰਮ ਦੀ ਲੋੜ ਹੈ। ਔਰ ਗ੍ਰਾਮ ਸਭਾਵਾਂ ਦੇ ਇਜਲਾਸਾਂ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਪੈਸੇ ਖਾਣਾ ਬੰਦ ਹੋਏ ਨਹੀਂ ਸਕਦਾ, ਜਿਵੇਂ ਮਰਜ਼ੀ ਕੋਈ ਜ਼ੋਰ ਲਾ, ਜਦ ਤੁਸੀਂ ਜਵਾਬ ਦੇ ਨਹੀਂ। ਹੁਣ ਤੁਸੀਂ ਅਸੈਂਬਲੀ ਨਾ ਬਣਾਓ, ਬੁਲਾਉਂਦੇ ਹੀ ਨਹੀਂ, 2-2 ਦਿਨ ਬੁਲਾਉਂਦੇ ਹੋ। ਜੇ ਅਸੈਂਬਲੀ ਲੰਮਾ ਸਮਾਂ ਚੱਲੇ, ਕੱਲੇ ਮੰਤਰੀ ਦੇ ਨੂੰ ਪੁੱਛਿਆ ਜਾਏ, ਵਿਰੋਧੀ ਧਿਰ ਖੜਾ ਕੇ ਪੁੱਛੇ, ਆਪਦੀ ਧਿਰ ਵੀ ਪੁੱਛੇ, ਤਾਂ ਇੱਕ ਹੱਦ ਤੱਕ ਡਰਤਾ ਰਹਿੰਦਾ ਕਿ ਮੈਨੂੰ ਜਵਾਬ ਰਹਿੰਦਾ। ਇਸੇ ਤਰ੍ਹਾਂ ਪੰਚਾਇਤ ਨੂੰ ਗ੍ਰਾਮ ਸਭਾ ਪੁੱਛੇ ਤਾਂ ਡਰ ਰਹੂਗਾ। ਤੇ ਤੁਸੀਂ ਵਿਧਾਨ ਸਭਾ ਦੇ ਸੈਸ਼ਨ ਵੀ ਬਹੁਤ ਛੋਟੇ ਕਰ ਰਹੇ ਹੋ, ਪਾਰਲੀਮੈਂਟ ਦੇ ਵੀ ਛੋਟੇ। ਮੋਦੀ ਸਾਹਿਬ ਕਹਿੰਦੇ ਜਵਾਬ ਹੀ ਨਹੀਂ ਦਿੰਦੇ। ਕੱਲ ਉਹਨਾਂ ਦਾ ਵੱਡਾ ਸਾਰਾ 1.5 ਘੰਟੇ ਦਾ ਲੈਕਚਰ ਸੀ, ਪਰ ਜੋ ਰਾਹੁਲ ਗਾਂਧੀ ਨੇ ਜਾਂ ਬਾਕੀ ਨੇ ਕਿਹਾ ਉਹਦਾ ਕੋਈ ਜਵਾਬ ਨਹੀਂ ਦਿੱਤਾ। ਜੇ ਤਾਂ ਐ ਡੈਮੋਕ੍ਰੇਸੀ ਚੱਲਣੀ ਹੈ, ਇਸ ਤਰੀਕੇ ਨਾਲ ਚੱਲਣੀ ਹੈ, ਫਿਰ ਅਲੱਗ ਗੱਲ ਹੈ। ਜੇ ਸਰਕਾਰ ਸੀਰੀਅਸਲੀ ਕਹਿੰਦੀ ਹੈ ਕਿ ਥੋੜਾ ਬਹੁਤਾ ਵੀ ਬਦਲਾਅ ਕਰਨਾ ਹੈ ਪੇਂਡੂ ਖੇਤਰ 'ਚ, ਤਾਂ ਉਹਨੂੰ ਪਾਰਟੀ ਦੇ ਬਾਜੀ ਤੋਂ ਉੱਪਰ ਉੱਠੋ। ਔਰ ਇਹ ਗੱਲ ਇੱਕ ਸਟੈਂਡ ਕਈ ਸਾਲ ਲਿਆ ਵੀ ਹੈ ਭਗਵੰਤ ਮਾਨ ਨੇ ਆਪ ਵੀ, ਔਰ ਆਮ ਆਦਮੀ ਪਾਰਟੀ ਨੇ ਪਹਿਲਾਂ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਉਦੋਂ ਇਹ ਲਿਆ ਸੀ ਕਿ ਅਸੀਂ ਪਾਰਟੀ ਸਿੰਬਲ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੇ ਬੰਦੇ ਖੜੇ ਨਹੀਂ ਕਰਾਂਗੇ, ਇਹ ਇੰਡੀਪੈਂਡੈਂਟ ਲੋਕਾਂ ਦੀਆਂ। ਕੀ ਅੱਜ ਸੱਤਾ ਚ ਆ ਕੇ ਵੀ ਤੁਸੀਂ ਉਹ ਕਰੋਗੇ? ਇਹ ਦੇਖਣ ਵਾਲੀ ਗੱਲ। ਜਾਂ ਸੱਤਾ ਚ ਆ ਕੇ ਬਦਲੇ ਹੋਏ ਲੱਗ ਰਹੇ ਨੇ ਹੁਣ ਦੇ ਬਦਲਾਅ ਤਾਂ ਨਹੀਂ ਹੋਇਆ, ਬਦਲੇ ਹੋਏ ਜ਼ਰੂਰ ਲੱਗ ਰਹੇ ਨੇ। ਪਰ ਜਿਹੜੇ ਸਵਾਲ ਅੱਜ ਅਸੀਂ ਚਾਹੇ ਉਹ ਸਨਅਤਕਾਰੀ ਦੇ ਹਵਾਲੇ ਨਾਲ ਹੋਣ, ਚਾਹੇ ਪੰਚਾਇਤਾਂ ਦੇ ਹਵਾਲੇ ਨਾਲ ਹੋਣ, ਜਿਹੜੇ ਸਵਾਲ ਇਸ ਪ੍ਰੋਗਰਾਮ ਰਾਹੀਂ ਹਮੀਰ ਸਿੰਘ ਭਾਜੀ ਉਹਨਾਂ ਨੇ ਤੁਹਾਡੇ ਸਾਹਮਣੇ ਲਿਆਂਦੇ ਨੇ, ਉਹ ਜਵਾਬ ਮੰਗਦੇ ਨੇ। ਉਹ ਜਵਾਬ ਮੌਜੂਦਾ ਸਰਕਾਰ ਤੋਂ ਵੀ ਮੰਗਦੇ ਨੇ, ਉਹ ਪ੍ਰਸ਼ਾਸਨ ਤੋਂ ਵੀ ਮੰਗਦੇ ਨੇ, ਉਹ ਤੇ ਪਹਿਲੀਆਂ ਸਰਕਾਰਾਂ ਤੇ ਪਹਿਲੇ ਰਾਜਨੀਤਿਕ ਧਿਰਾਂ ਤੋਂ ਵੀ ਜਵਾਬ ਮੰਗਦੇ ਨੇ ਕਿ ਕਿਉਂ ਧੱਕੇਸ਼ਾਹੀ। ਸੋ ਇਸੇ ਲਈ ਇਹ ਸਵਾਲਾਂ ਨੂੰ ਲੈ ਕੇ ਤੁਹਾਡੀ ਕਚਹਿਰੀ ਹਾਜ਼ਰ ਹੁੰਦੇ ਹਾਂ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ।